दुनिया के भ्रमण दौरान जदों श्री गुरु नानक देव जी पैदल यात्रा करते हुए पुरी के जगन्नाथ मंदिर पहुंचे तां उत्थों दी सामने आई एक घटना ने श्री गुरु नानक देव जी की उपमा विच होर वाधा कर दिता है। यह किस्सा जगन्नाथपुरी स्थित श्री जगन्नाथ मंदिर के रिकॉर्ड घर विच ताड़ ते पत्तियां ते पांडु लिपि ते लिखिया होया है, जिस ते लिखिया होया है कि पुरी के राजा प्रताप रुद्रदेव के शासनकाल के 13वें साल विच गुरु नानक मर्दाना अते 14 होर सन्यासियों के नाल जगन्नाथ मंदिर पहुंचे तां उन्हां दा पहरावा वेख के द्वारपाला ने गुरु जी नूं खलीफा समझ लिया अते मंदिर विच प्रवेश ना करन दिता। श्री गुरु नानक देव जी समुद्र के किनारे चले गए अते उत्थे कीर्तन करना शुरू कर दिता। उसी रात राजा नूं सपना आया ते प्रभु जगन्नाथ ने आदेश दिता कि मंदिर विच आरती बंद कर दी जाए, क्योंकि मैं उस वेले उत्थे नहीं हुंदा, समुद्र के किनारे भजन सुन रहा हुंदा। राजा ने उत्थे जाके देखा तां गुरु नानक कीर्तन कर रहे सन अते भगवान जगन्नाथ, बलराम अते सुभद्रा उत्थे खड़े सन। राजा ने गुरु नानक देव जी तो माफी मंगी अते श्री गुरु नानक देव जी नूं नाल लैके श्री जगन्नाथ मंदिर पहुंचे। गुरु नानक 24 दिन पुरी च रुके। गुरु नानक अध्ययन विभाग दे रघुवीर सिंह ने उड़ीसा विच लिखी पांडु लिपि भगत पंचंग दा अध्ययन किया तां इह गल सामने आई। ਇਹ ਪਾਂਡੂ ਲਿਪੀ सन 1504 ਤੋਂ 1534 ਦੇ ਦਰਮਿਆਨ ਸ਼ੀਸ਼ੋਮਠਪੁਰੀ ਦੇ ਜਸੋਬੰਦ ਦਾਸ ਨੇ ਲਿਖੀ ਹੈ, ਜਿਸ ਵਿੱਚ ਚੈਤਨ ਮਹਾਪ੍ਰਭੂ, ਜਗन्नाथ ਦਾਸ, ਅਚੁੱਤਿਆਨੰਦ ਦਾਸ, ਗੁਰੂ ਨਾਨਕ ਦੇਵ ਅਤੇ ਸਿਸੁਨ ਦਾਸ ਦੀ ਪੂਰੀ ਯਾਤਰਾ ਦਾ ਵਰਣਨ ਕੀਤਾ ਗਿਆ। इस मौके चढ़ती कला ग्रुप के चेयरमैन सरदार जगजीत सिंह दर्दी ने भी इस पुरातन इतिहास बाबत अपने विचार रखे। तुसी भी सुनो। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 3 ਨਵੰਬਰ ਨੂੰ ਆ ਰਿਹਾ ਹੈ। 550 ਸਾਲਾ ਗੁਰਪੁਰਬ ਜਿਸ ਸ਼ਰਧਾ ਪਿਆਰ ਅਤੇ ਸਿਦਕ ਨਾਲ ਕੇਵਲ ਪੰਜਾਬ ਜਾਂ ਹਿੰਦੁਸਤਾਨ ਵਿੱਚ ਨਹੀਂ ਸਾਰੀ ਸੰਸਾਰ ਵਿੱਚ ਜਿਸ ਸੋਹਣੇ ਢੰਗ ਨਾਲ ਮਨਾਇਆ ਗਿਆ ਹੈ, ਉਹ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਵਰਕਾ ਬਣ ਚੁੱਕਾ ਹੈ। ਹੁਣ ਜਦੋਂ ਅਸੀਂ 551 ਸਾਲਾ ਗੁਰਪੁਰਬ ਮਨਾ ਰਹੇ ਹਾਂ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੱਡੀ ਵਡਿਆਈ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਜੀਵਨ, ਗੁਰੂ ਨਾਨਕ ਸਾਹਿਬ ਦਾ ਮੈਸੇਜ, ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਅਤੇ ਮਨੁੱਖਤਾ ਦੀ ਭਲਾਈ ਲਈ ਉਹਨਾਂ ਵੱਲੋਂ ਕੀਤੇ ਹੋਏ ਕੰਮ ਅੱਜ ਸਾਰੇ ਸੰਸਾਰ ਦੇ ਲੋਕ ਸੁਣ ਕੇ, ਪੜ੍ਹ ਕੇ, ਆਪਣਾ ਸਿਰ ਝੁਕਾ ਕੇ ਗੁਰੂ ਨਾਨਕ ਸਾਹਿਬ ਨੂੰ ਆਪਣੀ ਅਕੀਦਤ ਅਤੇ ਸ਼ਰਧਾ ਭੇਟ ਕਰ ਰਹੇ ਹਨ। ਇਸ ਖੁਸ਼ੀ ਦੇ ਅਵਸਰ ਉੱਤੇ ਮੈਂ ਸੰਸਾਰ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਨਾਲ ਇੱਕ ਖੁਸ਼ੀ ਦੀ ਖਬਰ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਲਤਾਨਪੁਰ ਤੋਂ ਉਦਾਸੀਆਂ ਲਈ ਤੁਰੇ ਤਾਂ ਉਹਨਾਂ ਦਾ ਸਭ ਤੋਂ ਵੱਡਾ ਪ੍ਰੋਗਰਾਮ ਹਿੰਦੁਸਤਾਨ ਦੇ ਸਾਰੇ ਹਿੰਦੂ ਤੀਰਥਾਂ ਉੱਤੇ ਜਾਣ ਦਾ ਸੀ। ਹਰਿਦੁਆਰ ਗਏ, ਹਰਿਦੁਆਰ ਤੋਂ ਬਾਅਦ ਉਹ ਜਗਨਨਾਥਪੁਰੀ ਗਏ। ਜਗਨਨਾਥਪੁਰੀ ਵਿੱਚ ਗੁਰੂ ਨਾਨਕ ਸਾਹਿਬ ਦਾ ਜਾਣਾ ਇੱਕ ਐਸੀ ਇਤਿਹਾਸਕ ਘਟਨਾ ਹੈ ਜੋ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਲਈ ਜਗਨਨਾਥਪੁਰੀ ਵੱਲੋਂ ਜੋ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕੀਤਾ ਗਿਆ ਭਗਵਾਨ ਜਗਨਨਾਥ ਵੱਲੋਂ, ਉਹ ਵੀ ਇੱਕ ਆਪਣੀ ਮਿਸਾਲ ਆਪ ਹੈ। ਕਿਉਂਕਿ ਇੰਨਾ ਵੱਡਾ ਜਗਨਨਾਥ ਜਿਸ ਦੀ ਪੂਰੀ ਹਿੰਦੂਆਂ ਦੀਆਂ ਪੁਰੀਆਂ ਵਿੱਚੋਂ ਇੱਕ ਮਹੱਤਵਪੂਰਨ ਪ੍ਰਮਾਣਿਕ ਅਤੇ ਪ੍ਰਸਿੱਧ ਪੁਰੀ ਹੈ ਜਗਨਨਾਥ ਵਿੱਚ, ਜਿਸ ਨੂੰ ਸਤਿਕਾਰ ਨਾਲ ਜਗਨਨਾਥਪੁਰੀ ਕਿਹਾ ਜਾਂਦਾ ਹੈ। ਲੇਕਿਨ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਜਾ ਕੇ ਕੀ ਕੌਤਕ ਵਰਤਾਇਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 14 ਸਾਥੀਆਂ ਦੇ ਨਾਲ, ਭਾਈ ਮਰਦਾਨਾ ਹਮੇਸ਼ਾ ਗੁਰੂ ਸਾਹਿਬ ਦੇ ਨਾਲ ਰਹਿੰਦਾ ਸੀ, ਲੇਕਿਨ ਅੱਜ ਬੜੀ ਰਿਸਰਚ ਹੋ ਰਹੀ ਹੈ ਭਾਈ ਬਾਲਾ ਜੀ ਬਾਰੇ ਅਤੇ ਕੁਝ ਹੋਰ ਗੁਰੂ ਕੇ ਸਿੱਖਾਂ ਬਾਰੇ ਜੋ ਗੁਰੂ ਸਾਹਿਬ ਦੇ ਨਾਲ ਉਦਾਸੀਆਂ ਵੇਲੇ ਜਾਂਦੇ ਸਨ। ਭਾਈ ਭਗੀਰਥ ਜੀ, ਭਾਈ ਮਨਸੁਖ ਜੀ ਦਾ ਸ੍ਰੀਲੰਕਾ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਹੋਣਾ, ਇਹ ਸਾਰੇ ਸਬੂਤ ਮਿਲ ਚੁੱਕੇ ਹਨ। ਲੇਕਿਨ ਬਹੁਤ ਸਾਰੇ ਖੋਜੀ ਵਿਦਵਾਨ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਸਮੇਂ ਇਕੱਲੇ ਨਹੀਂ ਗਏ, ਸਗੋਂ ਉਹਨਾਂ ਨਾਲ ਕੁਛ ਸਿੱਖ ਸ਼ਰਧਾਲੂ ਵੀ ਜਾਂਦੇ ਸਨ। ਤੋ ਜੋ ਹੁਣ ਜਗਨਨਾਥਪੁਰੀ ਦਾ ਮੰਦਰ ਹੈ, ਉਸ ਦਾ ਇੱਕ ਬਹੁਤ ਵੱਡਾ ਮਿਊਜ਼ੀਅਮ ਹੈ, ਅਜਾਇਬ ਘਰ, ਜਿਸ ਵਿੱਚ ਜਗਨਨਾਥ ਜੀ ਦਾ ਪਿਛਲੇ ਹਜ਼ਾਰਾਂ ਸਾਲ ਦਾ ਰਿਕਾਰਡ ਪਿਆ ਹੋਇਆ ਹੈ। ਖਾਸ ਕਰਕੇ
ਪਿਛਲੇ 500 ਸਾਲ ਦੇ ਰਿਕਾਰਡ ਵਿੱਚ ਜੋ ਉਸ ਜ਼ਮਾਨੇ ਵਿੱਚ ਕਾਗਜ਼ ਸ਼ਾਇਦ ਹੁੰਦੇ ਨਹੀਂ ਸੀ ਉੱਥੇ, ਜਾਂ ਕਾਗਜ਼ ਦੀ ਬਜਾਏ ਤਾੜ ਦੇ ਪੱਤਿਆਂ ਉੱਤੇ ਲਿਖਿਆ ਗਿਆ। ਤਾੜ ਦੇ ਪੱਤੇ ਉਸ ਸਮੇਂ ਕਾਗਜ਼ ਦਾ ਕੰਮ ਕਰਦੇ ਸਨ ਅਤੇ ਉਹਨਾਂ ਉੱਤੇ ਹੀ ਸਾਰੇ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ। ਉਹ ਤਾੜ ਦੇ ਪੱਤੇ ਅੱਜ ਵੀ ਉਸ ਮਿਊਜ਼ੀਅਮ ਵਿੱਚ ਪਏ ਹਨ ਅਤੇ ਰਘਵੀਰ ਸਿੰਘ ਟਾਂਕ ਨਾਮੀ ਇੱਕ ਸਿੱਖ ਵਿਦਵਾਨ ਨੇ, ਜੋ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਦਾ ਮੁਖੀ ਹੈ, ਉਸ 'ਤੇ ਜਾ ਕੇ ਖੋਜ ਕੀਤੀ ਤਾਂ ਮੰਦਰ ਵਾਲਿਆਂ ਨੇ ਜੋ ਪਾਂਡੂ ਲਿਪੀ ਉਹਨਾਂ ਨੂੰ ਪੇਸ਼ ਕੀਤੀ, ਉਸ ਦੇ ਪੇਜ ਨੰਬਰ 14 ਉੱਤੇ ਗੁਰੂ ਨਾਨਕ ਸਾਹਿਬ ਦੀ ਜਗਨਨਾਥਪੁਰੀ ਦੀ ਯਾਤਰਾ ਦਾ ਪੂਰਾ ਵਰਣਨ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜਿਸ ਤਰੀਕ ਨੂੰ ਉੱਥੇ ਗਏ, ਜਿਸ ਸਮੇਂ ਗਏ, ਜਿਹੜੇ ਸਨ ਵਿੱਚ ਗਏ, ਉਹ ਵੀ ਲਿਖਿਆ ਹੋਇਆ ਹੈ। ਤਾਂ ਗੁਰੂ ਨਾਨਕ ਸਾਹਿਬ 1505 ਵਿੱਚ ਆਪਣੀਆਂ ਟਰੈਵਲਸ ਭਾਵ ਉਦਾਸੀਆਂ ਸ਼ੁਰੂ ਕਰਦੇ ਹਨ ਅਤੇ ਉੱਥੇ ਜੋ ਉਹਨਾਂ ਦਾ ਗ੍ਰੰਥ ਹੈ ਪੁਰਾਣਾ, ਉਸ ਦੇ ਵਿੱਚ ਲਿਖਿਆ ਹੈ ਕਿ 1504 ਤੋਂ ਲੈ ਕੇ 1534 ਸਨ ਤੱਕ 30 ਸਾਲ ਵਿੱਚ 5 ਵੱਡੇ ਮਹਾਂਪੁਰਖ ਜਗਨਨਾਥਪੁਰੀ ਵਿੱਚ ਪਹੁੰਚੇ ਸਨ। ਮਹੰਤ ਚੈਤਨਿਆ ਦਾਸ ਜੀ ਅਤੇ ਮਹੰਤ ਜਗਨਨ ਦਾਸ ਜੀ ਅਤੇ ਹੋਰ ਇਸ ਤਰ੍ਹਾਂ ਦੇ ਵੱਡੇ ਵੱਡੇ ਸੰਤ ਮਹਾਂਪੁਰਸ਼ਾਂ ਦੇ ਨਾਮ ਉੱਥੇ ਲਿਖੇ ਹਨ। 5ਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖਿਆ ਹੈ ਕਿ ਉਹ ਵੀ ਇਸ ਪੀਰੀਅਡ ਵਿੱਚ ਆਏ ਸਨ। ਤਾਂ ਉੱਥੇ ਜੋ ਰਾਜਾ ਰਾਜ ਕਰਦਾ ਸੀ, ਉਹ ਪਿਛਲੇ 13 ਸਾਲ ਤੋਂ ਉੱਥੇ ਰਾਜ ਕਰ ਰਿਹਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਗਏ ਤਾਂ ਜਦੋਂ ਮੰਦਰ ਵਿੱਚ ਦਰਸ਼ਨ ਕਰਨ ਲਈ ਜਾਣ ਲੱਗੇ ਤਾਂ ਦਰਬਾਨਾਂ ਨੇ ਉਹਨਾਂ ਦਾ ਲਿਬਾਸ ਦੇਖ ਕੇ, ਕਿ ਉਹਨਾਂ ਨੇ ਖਲੀਫਿਆਂ ਵਾਲਾ ਲਿਬਾਸ ਪਾਇਆ ਹੋਇਆ ਸੀ, ਉਹਨਾਂ ਨੂੰ ਮੰਦਰ ਵਿੱਚ ਜਾਣ ਨਹੀਂ ਦਿੱਤਾ ਕਿ ਤੁਸੀਂ ਖਲੀਫੇ ਹੋ, ਤੁਸੀਂ ਮੰਦਰ 'ਚ ਨਹੀਂ ਜਾ ਸਕਦੇ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨਾ ਅਤੇ ਆਪਣੇ ਸਾਥੀਆਂ ਦੇ ਨਾਲ 14 ਸਾਥੀ ਉਹਨਾਂ ਨੇ ਲਿਖੇ ਹਨ, ਸਮੁੰਦਰ ਦੇ ਕਿਨਾਰੇ ਉੱਤੇ ਚਲੇ ਗਏ ਅਤੇ ਸਮੁੰਦਰ ਦੇ ਕਿਨਾਰੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ। ਉਹ ਕੀਰਤਨ ਤਾਂ ਦੇਖੋ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਇਹ ਸਾਡੀ ਜੋ ਆਰਤੀ ਹੈ, ਗਗਨ ਮੈਂ ਥਾਲ ਰਵ ਜਨ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਜਵਰੋ ਕਰੇ, ਸਗਲ ਬਨ ਰਾਏ ਫਲੰਤ ਜੋਤੀ, ਇਸ ਦਾ ਉਚਾਰਨ ਜਗਨਨਾਥਪੁਰੀ 'ਚ ਕੀਤਾ ਸੀ। ਮੰਦਰ 'ਚ ਉਹਨਾਂ ਨੂੰ ਜਾਣ ਨਹੀਂ ਦਿੱਤਾ। ਉਹ ਸਮੁੰਦਰ ਦੇ ਕਿਨਾਰੇ ਗੁਰਬਾਣੀ ਕੀਰਤਨ ਅਤੇ ਸ਼ਾਇਦ ਇਹ ਆਰਤੀ ਵੀ ਉੱਥੇ ਹੀ ਪੜ੍ਹਦੇ ਰਹੇ ਹੋਣਗੇ। ਅਤੇ ਜਦੋਂ ਜਗਨਨਾਥਪੁਰੀ ਵਿੱਚ ਜੋ ਮੰਦਰ ਹੈ, ਉਸ ਵਿੱਚ ਭਗਵਾਨ ਜਗਨਨਾਥ ਜੀ ਰਹਿੰਦੇ ਹਨ ਅਤੇ ਭਗਵਾਨ ਜਗਨਨਾਥ ਜੀ ਮੰਦਰ ਛੱਡ ਕੇ ਸਮੁੰਦਰ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਨ ਲਈ ਚਲੇ ਗਏ। ਇਹ ਮੰਦਰ ਦਾ ਰਿਕਾਰਡ ਬੋਲ ਰਿਹਾ ਹੈ। ਅਤੇ ਹੁਕਮ ਕੀਤਾ ਕਿ ਮੇਰੀ ਆਰਤੀ ਜਗਨਨਾਥ ਦੇ ਮੰਦਰ 'ਚ ਜੋ ਤੁਸੀਂ ਕਰ ਰਹੇ ਹੋ, ਇਹ ਬੰਦ ਕਰ ਦਿਓ, ਕਿਉਂਕਿ ਮੈਂ ਤਾਂ ਮੰਦਰ 'ਚ ਹੁੰਦਾ ਨਹੀਂ, ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਦਾ। ਉਸ ਵੇਲੇ ਉਹਨਾਂ ਦੀ ਆਰਤੀ ਸੁਣਦੇ ਹੋਣਗੇ ਸਮੁੰਦਰ ਦੇ ਕਿਨਾਰੇ ਉੱਤੇ, ਅਤੇ ਤੁਸੀਂ ਮੇਰੀ ਆਰਤੀ ਜਗਨਨਾਥ ਦੇ ਮੰਦਰ ਵਿੱਚ ਬੰਦ ਕਰ ਦਿਓ। ਜਿਸ ਰਾਜੇ ਨੂੰ ਇਹ ਹੁਕਮ ਹੋਇਆ, ਉਹ ਰਾਜੇ ਨੇ ਆਰਤੀ ਤਾਂ ਬੰਦ ਕਰਵਾਉਣੀ ਸੀ, ਕਿਉਂਕਿ ਭਗਵਾਨ ਜਗਨਨਾਥ ਦੀ ਆਰਤੀ ਹੋ ਰਹੀ ਸੀ। ਅਤੇ ਆਰਤੀ ਬੰਦ ਕਰਵਾਉਣ ਤੋਂ ਬਾਅਦ ਉਹ ਆਪ ਸਮੁੰਦਰ ਦੇ ਕਿਨਾਰੇ ਉੱਤੇ ਚਲਾ ਗਿਆ। ਤਾਂ ਸਮੁੰਦਰ ਦੇ ਕਿਨਾਰੇ ਉੱਤੇ ਉਹ ਕੀ ਦੇਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਰਦਾਨਾ ਅਤੇ ਉਹਨਾਂ ਦੇ ਸਾਥੀ ਕੀਰਤਨ ਕਰ ਰਹੇ ਹਨ ਅਤੇ ਭਗਵਾਨ ਜਗਨਨਾਥ, ਭਗਵਾਨ ਬਲਰਾਮ ਅਤੇ ਦੇਵੀ ਵਸੁੰਧਰਾ ਸਾਰੇ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀਰਤਨ ਸੁਣ ਰਹੇ ਹਨ। ਇਹ ਹਿੰਦੂਆਂ ਦੇ ਉਸ ਮਹਾਨ ਤੀਰਥ ਵਿੱਚ ਜੋ ਰਿਕਾਰਡ ਪਿਆ ਹੈ, ਉਹ ਰਿਕਾਰਡ ਬੋਲ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਆਰਤੀ ਗਾਈ ਅਤੇ ਫਿਰ ਰਾਜੇ ਨੇ ਗੁਰੂ ਨਾਨਕ ਦੇਵ ਜੀ ਤੋਂ ਮਾफ़ੀ ਮੰਗੀ। ਮਾफ़ੀ ਮੰਗ ਕੇ ਉਹਨਾਂ ਨੂੰ ਮੰਦਰ ਵਿੱਚ ਲੈ ਕੇ ਆਇਆ ਅਤੇ ਰਿਕਾਰਡ ਵਿੱਚ ਲਿਖਿਆ ਹੈ ਕਿ 24 ਦਿਨ ਗੁਰੂ ਨਾਨਕ ਦੇਵ ਜੀ ਉਸ ਮੰਦਰ ਵਿੱਚ ਰਹੇ, ਕੀਰਤਨ ਕਰਦੇ ਰਹੇ, ਆਰਤੀ ਗਾਉਂਦੇ ਰਹੇ। ਇਹ ਹੈ ਗੁਰੂ ਨਾਨਕ ਸਾਹਿਬ ਦੀ ਜਗਨਨਾਥਪੁਰੀ ਦੀ ਯਾਤਰਾ ਦੀ ਸਾਖੀ, ਜੋ ਕਮਾਲ ਦੇ ਸਬੂਤ ਮੰਦਰ ਵਾਲੇ ਪੇਸ਼ ਕਰ ਰਹੇ ਹਨ। ਅਤੇ ਮੰਦਰ ਦੇ ਰਿਕਾਰਡ ਦੇ ਵਿੱਚ 500 ਸਾਲ ਪਹਿਲਾਂ ਜੋ ਉੱਥੋਂ ਦੇ ਪੰਡਤ ਸਨ, ਉਹਨਾਂ ਦੇ ਨਾਮ ਹੀ ਦਿੱਤੇ ਹੋਏ ਹਨ, ਉਹ ਸਾਰੇ ਦੇਖ ਰਹੇ ਹਨ। ਅਤੇ ਉਹ ਜੋ ਰਿਕਾਰਡ ਹੈ ਮਿਊਜ਼ੀਅਮ ਦਾ, ਉਹ ਸਾਰਿਆਂ ਲਈ ਖੁੱਲ੍ਹਾ ਹੈ। ਜਦੋਂ ਤੁਸੀਂ ਵੀ ਕਦੇ ਜਗਨਨਾਥਪੁਰੀ ਦੇ ਮੰਦਰ ਵਿੱਚ ਜਾਓ ਤਾਂ ਇਹ ਰਿਕਾਰਡ ਤੁਸੀਂ ਪੇਜ ਨੰਬਰ 14 ਪਾਂਡੂ ਲਿਪੀ, ਜੋ ਉਹਨਾਂ ਦਾ ਗ੍ਰੰਥ ਮਿਊਜ਼ੀਅਮ ਵਿੱਚ ਪਿਆ ਹੈ, ਉੱਥੇ ਜਾ ਕੇ ਪੜ੍ਹ ਸਕਦੇ ਹੋ, ਦੇਖ ਸਕਦੇ ਹੋ।
ਹੁਣ ਅਖੀਰ ਵਿੱਚ ਮੈਂ ਬੜੇ ਦੁਖੀ ਹਿਰਦੇ ਨਾਲ ਇੱਕ ਗੱਲ ਕਹਾਂਗਾ ਕਿ ਸਾਡੀ ਸਿਰਮੌਰ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਜਗਨਨਾਥਪੁਰੀ ਮੰਦਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਮੰਗੂ ਮੱਠ ਨੂੰ ਢਾਹਿਆ ਜਾ ਰਿਹਾ ਸੀ ਤਾਂ ਇੱਕ ਪੜਤਾਲੀਆ ਕਮੇਟੀ ਸ਼੍ਰੋਮਣੀ ਕਮੇਟੀ ਨੂੰ ਭੇਜੀ, ਜਿਸ ਦੇ ਮੁਖੀ ਸ਼ਾਇਦ ਸਰਦਾਰ ਹਰਜਾਪ ਸਿੰਘ ਸਨ। ਹਰਜਾਪ ਸਿੰਘ ਨੇ ਜਾ ਕੇ ਜੋ ਬਿਆਨ ਦਿੱਤਾ ਉੱਥੇ ਰਿਕਾਰਡ ਕਰਵਾਇਆ, ਉਸ ਤੋਂ ਵੱਡੀ ਬਲੰਡਰ ਕੋਈ ਨਹੀਂ ਹੋ ਸਕਦੀ ਔਰ ਹਰਜਾਪ ਸਿੰਘ ਨੂੰ ਇਸ ਗਲਤੀ ਲਈ ਕੋਈ ਵੀ ਮਾਫੀ ਨਹੀਂ ਦੇਣੀ ਚਾਹੀਦੀ, ਜਿਸ ਨੇ ਇੰਨਾ ਵੱਡਾ ਉੱਥੇ ਕੁਫਰ ਕੀਤਾ ਕਿ ਇਸ ਮੱਠ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਕੋਈ ਸੰਬੰਧ ਹੀ ਨਹੀਂ। ਇਹ ਕਿਤਨੀ ਵੱਡੀ ਘੋਰ ਉਸਨੇ ਅਵਗਿਆ ਕੀਤੀ, ਜੁਰਮ ਕੀਤਾ ਕਿ ਸਿੱਖ ਕੌਮ ਦਾ ਇਹ ਮਹਾਨ ਵਿਰਾਸਤ ਦਾ ਰਿਕਾਰਡ ਜੋ ਮੰਦਰ ਵਾਲੇ ਪੇਸ਼ ਕਰ ਰਹੇ ਹਨ ਉਸ ਨੂੰ ਗਲਤ ਕਰਾਰ ਦੇ ਕੇ ਉੱਥੇ ਬਿਆਨ ਦੇ ਕੇ ਆ ਗਏ ਕਿ ਗੁਰੂ ਨਾਨਕ ਦੇਵ ਜੀ ਦਾ ਇਸ ਮੰਗੂ ਮੱਠ ਨਾਲ ਕੋਈ ਸੰਬੰਧ ਨਹੀਂ, ਜਦੋਂ ਕਿ ਮੰਦਰ ਦਾ ਰਿਕਾਰਡ ਇਹ ਕਹਿ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ 24 ਦਿਨ ਇਸ ਮੰਦਰ ਵਿੱਚ ਰਹੇ। ਦੂਸਰੀ ਗਲਤੀ, ਮੰਦਰ ਵਾਲਿਆਂ ਦਾ ਰਿਕਾਰਡ ਇਹ ਸਾਬਤ ਕਰ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੰਦਰ ਦੇ ਕਿਨਾਰੇ ਬੈਠ ਕੇ ਕੀਰਤਨ ਕਰਦੇ ਸਨ, ਆਰਤੀ ਗਾਉਂਦੇ ਸਨ, ਗਗਨ ਮੈਂ ਥਾਲ ਰਵ ਚੰਦ ਦੀਪਕ, ਅਤੇ ਉਹ ਆਰਤੀ ਸੁਣਨ ਲਈ ਭਗਵਾਨ ਜਗਨਨਾਥ ਆਪਣੀ ਆਰਤੀ ਬੰਦ ਕਰਵਾ ਕੇ ਜਗਨਨਾਥ ਦੇ ਮੰਦਿਰ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਉਹ ਆਰਤੀ ਸੁਣਦੇ ਅਤੇ ਕੀਰਤਨ ਸੁਣਦੇ ਸਨ। ਅਤੇ ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੱਛੇ ਜੇ ਇਹਨਾਂ ਨੇ ਇੱਕ ਆਰਡਰ ਕੀਤਾ ਕਿ ਸਮੁੰਦਰ ਦੇ ਕਿਨਾਰੇ ਜਿਹੜਾ ਆਰਤੀ ਸਾਹਿਬ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਨਾਂ ਆਰਤੀ ਸਾਹਿਬ ਬਦਲ ਦਿੱਤਾ ਜਾਏ। ਇਹ ਹੈ ਸਾਡੀ ਕੌਮ ਦੀ ਬਦਕਿਸਮਤੀ ਅਤੇ ਸਾਡੀ ਕੌਮ ਦੀਆਂ ਸੰਸਥਾਵਾਂ ਦੀ ਕਾਰਗੁਜ਼ਾਰੀ ਕਿ ਸਰਕਾਰੀ ਤੌਰ 'ਤੇ ਬਿਆਨ ਦੇ ਕੇ ਆਉਣ ਕਿ ਜਗਨਨਾਥਪੁਰੀ ਵਿੱਚ ਇਹ ਜੋ ਮੰਗੂ ਮੱਠ ਹੈ ਇਸ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਸੰਬੰਧ ਨਹੀਂ, ਔਰ ਸਰਕਾਰੀ ਤੌਰ 'ਤੇ ਬਿਆਨ ਦੇਣ ਕਿ ਸਮੁੰਦਰ ਦੇ ਕਿਨਾਰੇ ਜਿਹੜਾ ਗੁਰਦੁਆਰਾ ਆਰਤੀ ਸਾਹਿਬ ਹੈ ਇਸ ਦਾ ਨਾਮ ਬਦਲ ਦਿਓ। ਇਸ ਤੋਂ ਵੱਡੀ ਬਲੰਡਰ, ਇਸ ਤੋਂ ਵੱਡੀ ਗਲਤੀ ਕੌਣ ਕਰੇਗਾ? ਇਸ ਗਲਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਇਸ ਦੀ ਦਰੁਸਤੀ ਕਰਨੀ ਚਾਹੀਦੀ ਹੈ। ਜਿਹੜੇ ਰਿਕਾਰਡ ਵਿੱਚ ਉਹ ਲਿਖਾ ਕੇ ਆਏ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਇਸ ਮੰਗੂ ਮੱਠ ਨਾਲ ਕੋਈ ਸੰਬੰਧ ਨਹੀਂ, ਉਹ ਰਿਕਾਰਡ ਗੁਰਦੁਆਰਾ ਮੰਦਿਰ ਦੇ ਆਪਣੇ ਰਿਕਾਰਡ ਦੇ ਹਿਸਾਬ ਨਾਲ ਉਸ ਨੂੰ ਦਰੁਸਤ ਕਰਵਾ ਕੇ ਆਉਣ ਅਤੇ ਜਿਸ ਗੁਰਦੁਆਰੇ ਦਾ ਨਾਮ ਉਹਨਾਂ ਨੇ ਆਰਤੀ ਸਾਹਿਬ ਬਦਲਣ ਲਈ ਕਿਹਾ ਹੈ ਉਸ ਦੀ ਮਾਫੀ ਮੰਗਣ ਅਤੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦਾ ਨਾਮ ਦੁਬਾਰਾ ਆਰਤੀ ਸਾਹਿਬ ਰੱਖਣ, ਕਿਉਂਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਦੇਵ ਜੀ 24 ਦਿਨ ਮੰਦਿਰ ਵਿੱਚ ਰਹੇ ਔਰ ਜਗਨਨਾਥ ਆਪ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਦੇ ਰਹੇ ਅਤੇ ਆਰਤੀ ਦਾ ਗਾਇਨ ਸਮੁੰਦਰ ਦੇ ਕਿਨਾਰੇ ਉੱਤੇ ਹੁੰਦਾ ਰਿਹਾ। ਅਤੇ ਸਾਡੀ ਸ਼੍ਰੋਮਣੀ ਕਮੇਟੀ ਜੋ ਇਸ ਤਰ੍ਹਾਂ ਦੀਆਂ ਬਲੰਡਰ ਕਰਦੀ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਸਾਰੇ ਰਿਕਾਰਡ ਦਰੁਸਤ ਕਰਵਾਉਣੇ ਚਾਹੀਦੇ ਹਨ ਅਤੇ ਜਾ ਕੇ ਦੁਬਾਰਾ ਮੰਦਿਰ ਦੇ ਵਿੱਚ ਵੈਰੀਫਾਈ ਕਰਨਾ ਚਾਹੀਦਾ ਹੈ ਕਿ ਪਾਂਡੂ ਲਿਪੀ ਵਿੱਚ 14 ਨੰਬਰ ਸਫ਼ੇ ਉੱਤੇ ਜੋ ਗੁਰੂ ਨਾਨਕ ਸਾਹਿਬ ਦੇ ਜਗਨਨਾਥਪੁਰੀ ਮੰਦਿਰ ਵਿੱਚ ਆਉਣ ਦੀ ਗਵਾਹੀ ਸ਼ਾਦੀ ਭਰੀ ਹੈ ਔਰ 500 ਪਹਿਲਾਂ ਦਾ ਲਿਖਿਆ ਹੋਇਆ ਇਹ ਸਾਰਾ ਰਿਕਾਰਡ ਉੱਥੇ ਅਵੇਲੇਬਲ ਹੈ ਜਿਸ ਨੂੰ ਦੇਖਿਆ ਜਾ ਸਕਦਾ ਹੈ। ਮੈਂ ਸਾਰੀ ਕੌਮ ਨੂੰ ਅਪੀਲ ਕਰਾਂਗਾ ਕਿ ਸਾਰੇ ਜਗਨਨਾਥਪੁਰੀ 'ਚ ਜਾਓ ਅਤੇ ਉਹ ਰਿਕਾਰਡ ਦੇਖੋ ਅਤੇ ਜਿਨ੍ਹਾਂ ਨੇ ਗਲਤੀ ਕੀਤੀ ਹੈ, ਘਿਨਾਉਣਾ ਜੁਰਮ ਕੀਤਾ ਹੈ, ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਅਤੇ ਇਸ ਨੂੰ ਤੁਰੰਤ ਦਰੁਸਤ ਕਰਵਾਓ, ਕਿਉਂਕਿ ਸਾਰੀ ਦੁਨੀਆ ਵਿੱਚ ਬੈਠੇ ਹੋਏ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ ਬਲੂੰਦਰੇ ਗਏ ਹਨ ਜਦੋਂ ਉਹ ਹਿੰਦੂ ਮੰਦਿਰ ਵਾਲਿਆਂ ਨੇ ਆਪ ਹੀ ਰਿਕਾਰਡ ਪੇਸ਼ ਕਰ ਦਿੱਤਾ। ਇਸ ਤੋਂ ਵੱਡੀ ਜ਼ਿਆਦਾ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਹੈ। ਤਾਂ ਅੱਜ ਸਾਰੀ ਕੌਮ ਜਾਗ ਚੁੱਕੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਆ ਰਿਹਾ ਹੈ ਤਾਂ ਗੁਰਦੁਆਰਾ ਗਿਆਨ ਗੋਦੜੀ, ਮੈਂ ਗਿਆਨ ਗੋਦੜੀ ਦੇ ਆਪ ਦਰਸ਼ਨ ਕੀਤੇ ਹਨ 1982 ਦੇ ਵਿੱਚ। ਮੈਂ ਪਾਰਲੀਮੈਂਟ ਦੇ ਇੱਕ ਡੈਲੀਗੇਸ਼ਨ ਨਾਲ ਹਰਿਦੁਆਰ ਗਿਆ ਸੀ 1982 ਵਿੱਚ, ਜਿਸ ਵਿੱਚ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਅਖਬਾਰਾਂ ਦੇ ਸੰਪਾਦਕ ਵੀ ਮੇਰੇ ਨਾਲ ਗਏ ਸਨ ਅਤੇ ਵਿਸ਼ਵਬੰਧੂ ਗੁਪਤਾ ਮੈਂਬਰ ਪਾਰਲੀਮੈਂਟ ਸਾਡੇ ਡੈਲੀਗੇਸ਼ਨ ਦੀ ਅਗਵਾਈ ਕਰ ਰਹੇ ਸਨ। ਮੈਂ ਹਰਿਦੁਆਰ ਦੀ ਹਰ ਕੀ ਪੌੜੀ ਉੱਤੇ ਉਸ ਗੁਰਦੁਆਰੇ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਦੁਨੀਆ ਦੇ ਲੋਕਾਂ ਨੂੰ ਵਹਿਮਾਂ ਪਖੰਡਾਂ ਤੋਂ ਮੁਕਤ ਹੋਣ ਲਈ ਪਾਣੀ ਜਿਹੜਾ ਹੈ ਸੂਰਜ ਦੀ ਥਾਂ ਆਪਣੇ ਘਰ ਵੱਲ ਦੇ ਕੇ ਲੋਕਾਂ ਨੂੰ ਗਿਆਨ ਦਿੱਤਾ, ਸਮਝਾਇਆ ਸੀ ਕਿ ਵਾਹਿਗੁਰੂ ਸਾਰੇ ਪਾਸੇ ਹੈ, ਇੱਕ ਪਾਸੇ ਨਹੀਂ। ਤਾਂ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਪੈਂਡਿੰਗ ਹੈ। ਦੂਸਰਾ ਗੁਰਦੁਆਰਾ ਡਾਂਗਮਾਰ ਸਾਡੇ ਕੋਲ ਖੋਹ ਲਿਆ ਗਿਆ ਹੈ। ਤੀਜਾ ਗੁਰਦੁਆਰਾ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਕੀਤਾ
ਆਰਤੀ ਗਾਈ ਸਮੁੰਦਰ ਦੇ ਕਿਨਾਰੇ ਉੱਤੇ ਉਸ ਗੁਰਦੁਆਰੇ ਦਾ ਨਾਮ ਬਦਲਣ ਲਈ ਤੁਸੀਂ ਕਹਿ ਰਹੇ ਹੋ, ਅਤੇ ਤੁਸੀਂ ਇਹ ਕਹਿ ਰਹੇ ਹੋ ਗੁਰੂ ਨਾਨਕ ਦੇਵ ਜੀ ਦਾ ਮੰਗੂ ਮੱਠ ਨਾਲ ਕੋਈ ਸੰਬੰਧ ਨਹੀਂ। ਮੰਦਰ ਵਾਲਿਆਂ ਦਾ ਰਿਕਾਰਡ ਬੋਲ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ 24 ਦਿਨ ਇੱਥੇ ਰਹੇ। ਤੋ ਇਸ ਤਰ੍ਹਾਂ ਦੀਆਂ ਗਲਤੀਆਂ, ਇਸ ਤਰ੍ਹਾਂ ਦੀਆਂ ਬੇਦਬੀ ਭਰੀਆਂ ਘਟਨਾਵਾਂ ਜੋ ਸਾਡੇ ਆਗੂ ਕਰ ਰਹੇ ਹਨ, ਇਹਨਾਂ ਨੂੰ ਤੁਰੰਤ ਦੁਰਸਤ ਕੀਤਾ ਜਾਏ ਅਤੇ ਇਹ ਦੋਨੋਂ ਜੋ ਕੰਮ ਹਨ, ਗੁਰਦੁਆਰਾ ਜਗਨਨਾਥਪੁਰੀ ਵਿਖੇ ਗੁਰਦੁਆਰਾ ਆਰਤੀ ਸਾਹਿਬ ਅਤੇ ਮੰਗੂ ਮੱਠ ਜੋ ਢਾਇਆ ਗਿਆ ਹੈ, ਇਹ ਸਰਕਾਰ ਤੋਂ ਮੰਗ ਕੀਤੀ ਜਾਏ, ਸਰਕਾਰ ਨੂੰ ਬੇਨਤੀ ਵੀ ਕੀਤੀ ਜਾਏ ਕਿ ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਗਲਤ ਬਿਆਨ ਦੇ ਗਏ। ਤੁਹਾਡੇ ਰਿਕਾਰਡ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਇੱਥੇ ਆਏ, 24 ਦਿਨ ਰਹੇ, ਉਹਨਾਂ ਦੀ ਯਾਦਗਾਰ ਬਣਾਓ, ਉਸ ਨੂੰ ਖਤਮ ਨਾ ਕਰੋ ਅਤੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰੋ। ਉਸ ਦਾ ਨਾਂ ਆਰਤੀ ਸਾਹਿਬ ਰਹਿਣ ਦਿਓ। ਤੁਹਾਨੂੰ ਕੀ ਤਕਲੀਫ ਹੈ? ਕਿਸੇ ਨੂੰ ਪਤਾ ਹੀ ਨਹੀਂ ਕਿ ਸਮੁੰਦਰ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਕੀਤਾ, ਆਰਤੀ ਗਾਈ ਅਤੇ ਮੰਦਰ ਵਾਲਿਆਂ ਨੇ ਉਹਨਾਂ ਨੂੰ ਮੰਦਰ 'ਚ ਨਹੀਂ ਜਾਣ ਦਿੱਤਾ। ਇਹ ਸੱਚਾਈਆਂ ਜਦੋਂ ਸਾਹਮਣੇ ਆ ਰਹੀਆਂ ਹਨ ਤਾਂ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਪਰਸਨੈਲਿਟੀ, ਗੁਰੂ ਨਾਨਕ ਸਾਹਿਬ ਦੀ ਵੱਡੀ ਵਡਿਆਈ, ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਤੇ ਵਾਹਿਗੁਰੂ ਦਾ ਰੂਪ ਜੋ ਗੁਰੂ ਨਾਨਕ ਸਾਹਿਬ ਦੇ ਵਿੱਚੋਂ ਨਜ਼ਰ ਆਉਂਦਾ ਸੀ, ਅੱਜ ਦੀ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਰਿਹਾ ਹੈ। ਔਰ ਹਿੰਦੂ ਪ੍ਰਗਟ ਕਰ ਰਹੇ ਹਨ, ਹਿੰਦੂਆਂ ਦੇ ਤੀਰਥ, ਹਿੰਦੂਆਂ ਦੀ ਪੁਰੀ ਉਹ ਪ੍ਰਗਟ ਕਰ ਰਹੇ ਹਨ। ਇਸ ਤੋਂ ਜ਼ਿਆਦਾ ਖੁਸ਼ੀ ਵਾਲੀ ਕੀ ਗੱਲ ਹੋ ਸਕਦੀ ਹੈ? ਇਹ ਗਲਤੀ ਦੁਰਸਤ ਕਰਾਉਣ ਦੀ ਲੋੜ ਹੈ। ਜਗਨਨਾਥਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਉਹੀ ਯਾਦਗਾਰ ਮੰਦਰ ਵਿੱਚ ਕਾਇਮ ਕਰਾਉਣ ਦੀ ਦੁਬਾਰਾ ਲੋੜ ਹੈ ਅਤੇ ਗੁਰਦੁਆਰਾ ਆਰਤੀ ਸਾਹਿਬ ਨੂੰ ਬਚਾਉਣ ਦੀ ਲੋੜ ਹੈ। ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਖੋਜ ਕਰੋ, ਤੁਸੀਂ ਵੀ ਪੜ੍ਹੋ, ਤੁਸੀਂ ਵੀ ਮੰਦਰ ਵਿੱਚ ਦੇਖ ਕੇ ਆਓ, ਆਰਤੀ ਸਾਹਿਬ ਦੇ ਦਰਸ਼ਨ ਕਰੋ, ਜਾਂ ਹੋਰ ਗੁਰੂ ਨਾਨਕ ਸਾਹਿਬ ਦੇ ਉੱਥੇ ਜੋ ਨਿਸ਼ਾਨੀਆਂ ਹਨ, ਇੱਕ ਪੁਰਾਣਾ ਖੂਹ ਹੈ, ਇੱਕ ਪੁਰਾਣੀ ਜਗ੍ਹਾ ਹੈ, ਉੱਥੇ ਵੀ ਕਹਿੰਦੇ ਗੁਰੂ ਨਾਨਕ ਦੇਵ ਜੀ ਗਏ ਸਨ, ਉਹ ਵੀ ਦੇਖੋ ਜਾ ਕੇ ਅਤੇ ਦੁਨੀਆ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਵੱਡੀ ਵਡਿਆਈ ਦਾ ਪਤਾ ਲੱਗੇ ਅਤੇ ਆਉਣ ਵਾਲਾ ਜੋ ਗੁਰਪੁਰਬ ਹੈ ਉਸ ਨੂੰ ਅਸੀਂ ਹੋਰ ਵਧੇਰੇ ਸ਼ਕਤੀ ਸ਼ਾਨ ਨਾਲ ਮਨਾਈਏ। ਸਾਡੇ ਧਰਮ ਅਸਥਾਨ ਦੇ ਅਸੀਂ ਅਰਦਾਸ ਕਰਦੇ ਹਾਂ, ਜਿਨ੍ਹਾਂ ਗੁਰਧਾਮਾਂ ਤੋਂ ਸਾਨੂੰ ਛੋੜਿਆ ਗਿਆ ਸਤਿਗੁਰੂ, ਸਾਨੂੰ ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ੋ। ਖਾਲੀ ਪਾਕਿਸਤਾਨ ਦੇ ਗੁਰਦੁਆਰੇ ਨਹੀਂ, ਬੰਗਲਾਦੇਸ਼ ਦੇ, ਬਰਮਾ ਦੇ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇਜਿਪਟ, ਚਾਈਨਾ, ਰਸ਼ੀਆ, ਦੁਨੀਆ ਦੇ ਕਿੰਨੇ ਹੋਰ ਦੇਸ਼, ਬੰਗਲਾਦੇਸ਼, ਥਾਈਲੈਂਡ, ਔਰ ਕਿੰਨੇ ਦੇਸ਼ਾਂ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਨੇਪਾਲ, ਭੂਟਾਨ, ਸਾਰਿਆਂ ਦੇ ਸਾਨੂੰ ਦਰਸ਼ਨ ਹੋਣ, ਸਾਰਿਆਂ 'ਚ ਗੁਰੂ ਨਾਨਕ ਸਾਹਿਬ ਦੀਆਂ ਸੋਹਣੀਆਂ ਯਾਦਗਾਰਾਂ ਬਣਨ, ਸਾਰਿਆਂ 'ਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਦਾ ਗਾਇਨ ਹੋਏ ਅਤੇ ਇਹ ਜੋ ਜਗਨਨਾਥਪੁਰੀ ਵਾਲਾ ਹੁਣ ਕਾਂਡ ਹੋਇਆ ਪਿੱਛੇ, ਅਤੇ ਉਹਨਾਂ ਨੂੰ ਦਰੁਸਤ ਕੀਤਾ ਜਾਏ ਔਰ ਸਰਕਾਰ ਤੋਂ ਮੰਗ ਕਰਕੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਬਣਾਈ ਜਾਏ। ਔਰ ਜੋ ਪਾਂਡਿਓ ਲਿਪੀ ਦਾ ਪੇਜ ਨੰਬਰ 14 ਇਸ ਸੱਚਾਈ ਨੂੰ ਬਿਆਨ ਕਰ ਰਿਹਾ ਹੈ, ਉਸ ਨੂੰ ਉੱਥੇ ਡਿਸਪਲੇ ਕੀਤਾ ਜਾਏ ਤਾਂ ਜੋ ਵੀ ਆਦਮੀ ਜਗਨਨਾਥਪੁਰੀ ਦੇ ਦਰਸ਼ਨ ਕਰਨ ਲਈ ਜਾਏ ਉਸ ਨੂੰ ਪਤਾ ਲੱਗੇ ਕਿ ਸਾਡਾ ਭਗਵਾਨ ਜਗਨਨਾਥ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਸੀ, ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਨ ਜਾਂਦਾ ਸੀ, ਭਗਵਾਨ ਜਗਨਨਾਥ। ਤੋਂ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਦੀ ਉਸ ਵੱਡੀ ਅਜ਼ਮਤ ਨੂੰ ਪ੍ਰਣਾਮ ਕਰੀਏ, ਅਰਦਾਸ ਕਰੀਏ ਕਿ ਸਾਡੀ ਕੌਮ ਦੇ ਆਗੂ ਇਸ ਤਰ੍ਹਾਂ ਦੀਆਂ ਗਲਤ ਕਾਰਵਾਈਆਂ ਨਾ ਕਰਨ ਜਿਸ ਨਾਲ ਗੁਰੂ ਨਾਨਕ ਸਾਹਿਬ ਦੀਆਂ ਯਾਦਗਾਰਾਂ ਖਤਮ ਹੋ ਜਾਣ ਅਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਗੰਧਲਾ ਹੋ ਜਾਏ। ਇਹ ਕੰਮ ਨਹੀਂ ਹੋਣ ਦੇਣਾ। ਚੜ੍ਹਦੀ ਕਲਾ ਟਾਈਮ TV, ਖਾਲਸਾ ਪੰਥ ਦਾ ਢਿੰਡੋਰਚੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲਾ, ਸੰਗਤਾਂ ਦੀ ਇਸ ਆਵਾਜ਼ ਨੂੰ ਸਾਰੀ ਦੁਨੀਆ 'ਚ ਪਹੁੰਚਾਉਣ ਦਾ ਯਤਨ ਕਰੇਗਾ। ਜਿਸ ਕੋਲ ਵੀ ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ, ਤੁਸੀਂ ਵਾਇਰਲ ਕਰੋ, ਇਸ ਸੱਚਾਈ ਨੂੰ ਦੁਨੀਆ ਤੱਕ ਪਹੁੰਚਾਓ ਅਤੇ ਸਾਡੇ ਲੀਡਰਾਂ ਨੂੰ ਮਜਬੂਰ ਕਰੋ ਕਿ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਦਰੁਸਤ ਕਰਨ ਅਤੇ ਜਾ ਕੇ ਸਰਕਾਰ ਤੋਂ ਦੁਬਾਰਾ ਗੁਰੂ ਨਾਨਕ ਦੇਵ ਜੀ ਦੇ ਉੱਥੇ ਯਾਦਗਾਰ ਕਾਇਮ ਕਰਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ TV ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।